ਸਤਨਾਮ ਸ੍ਰੀ ਵਾਹਿਗੁਰੂ ਜੀ। ਸੰਗਤ ਜੀ, ਇੱਕ ਦਿਨ ਗੁਰੂ ਅਰਜਨ ਦੇਵ ਜੀ ਦੀਵਾਨ ਲਗਾ ਕੇ ਬੈਠੇ ਹੋਏ ਸਨ ਤੇ ਸੰਗਤ ਗੁਰੂ ਜੀ ਦੇ ਦਰਸ਼ਨ ਕਰਨ ਆਈ ਤੇ ਗੁਰੂ ਜੀ ਨੂੰ ਕਹਿਣ ਲੱਗੀ, ਗੁਰੂ ਜੀ, ਧਰਮ ਸ਼ਾਸਤਰਾਂ ਦੇ ਵਿੱਚ ਲਿਖਿਆ ਹੈ ਕਿ ਜਦੋਂ ਇਨਸਾਨ ਮਰਦਾ ਹੈ ਉਸ ਨੂੰ ਪਰਲੋਕ ਦੇ ਵਿੱਚ ਪਹੁੰਚਣ ਦੇ ਲਈ 365 ਦਿਨ ਲੱਗ ਜਾਂਦੇ ਹਨ, ਜਾਣੀ ਕਿ 1 ਸਾਲ ਲੱਗ ਜਾਂਦਾ ਹੈ। ਗੁਰੂ ਜੀ, ਜੇਕਰ ਸੱਚ ਵਿੱਚ ਇੰਨਾ ਸਮਾਂ ਲੱਗਦਾ ਹੈ ਤਾਂ ਰਸਤੇ ਵਿੱਚ ਖਾਣੇ ਦੇ ਲਈ ਕੀ ਮਿਲਦਾ ਹੈ? ਅਸੀਂ ਇਸ ਤਰ੍ਹਾਂ ਦਾ ਕੀ ਇਕੱਠਾ ਕਰੀਏ ਜੋ ਅਸੀਂ ਆਪਣੇ ਨਾਲ ਲਿਜਾ ਸਕੀਏ? ਗੁਰੂ ਜੀ ਸੰਗਤ ਦੀ ਬੇਨਤੀ ਸੁਣ ਕੇ ਕਹਿਣ ਲੱਗੇ, ਭਾਈ ਸਿੱਖੋ, ਅਸਲ ਵਿੱਚ ਪਰਲੋਕ ਇੱਥੋਂ ਕਿੰਨੀ ਕੋਸ 'ਤੇ ਹੈ, ਇਹ ਕੋਈ ਗਿਣਤੀ ਨਹੀਂ ਕਰ ਸਕਦਾ। ਆਪਣੀ ਆਪਣੀ ਬੁੱਧੀ ਦੇ ਅਨੁਸਾਰ ਲੋਕ ਅੰਦਾਜ਼ਾ ਲਗਾਉਂਦੇ ਹਨ। ਇਹ ਸੱਚ ਹੈ ਕਿ ਰਸਤਾ ਬਹੁਤ ਲੰਮਾ ਹੈ। ਅਗਰ ਕੁਛ ਖਾਣ ਪੀਣ ਦੇ ਲਈ ਨਾਲ ਜਾਊਗਾ ਤਾਂ ਉਹ ਸਿਰਫ ਪਰਮਾਤਮਾ ਦਾ ਨਾਮ ਹੀ ਜਾਊਗਾ, ਹੋਰ ਕੁਝ ਨਹੀਂ ਜਾ ਸਕਦਾ। ਅੱਗੇ ਸੰਗਤ ਕਹਿਣ ਲੱਗੀ, ਮਹਾਰਾਜ ਜੀ, ਉਸ ਰਾਸਤੇ 'ਤੇ ਚੱਲਣ ਦੇ ਲਈ ਰੌਸ਼ਨੀ ਕੀ ਹੈ? ਅੱਗੇ ਗੁਰੂ ਜੀ ਨੇ ਕਿਹਾ, ਜਿਸ ਰਾਸਤੇ 'ਤੇ ਬਹੁਤ ਹਨੇਰਾ ਹੈ, ਹਰੀ ਦਾ ਨਾਮ ਹੀ ਉੱਥੇ ਪ੍ਰਕਾਸ਼ਮਾਨ ਹੁੰਦਾ ਹੈ। ਅੱਗੇ ਸੰਗਤ ਕਹਿਣ ਲੱਗੀ, ਮਹਾਰਾਜ ਜੀ, ਉੱਥੇ ਕੋਈ ਜਾਣ ਪਹਿਚਾਣ ਵਾਲਾ ਵੀ ਹੋਵੇਗਾ ਜਾਂ ਨਹੀਂ ਹੋਵੇਗਾ? ਫਿਰ ਗੁਰੂ ਜੀ ਨੇ ਕਿਹਾ, ਇਹ ਭਾਈ ਸਿੱਖੋ, ਉੱਥੇ ਕੋਈ ਆਪਣੀ ਜਾਣ ਪਹਿਚਾਣ ਵਾਲਾ ਨਹੀਂ ਹੁੰਦਾ, ਉੱਥੇ ਤਾਂ ਸਿਰਫ ਪਰਮਾਤਮਾ ਦਾ ਨਾਮ ਹੀ ਅਸਲੀ ਮਿੱਤਰ ਬਣਦਾ ਹੈ। ਫਿਰ ਸੰਗਤ ਨੇ ਬੇਨਤੀ ਕੀਤੀ, ਗੁਰੂ ਜੀ, ਜਿਸ ਤਰ੍ਹਾਂ ਸਾਨੂੰ ਇੱਥੇ ਧੁੱਪ ਗਰਮੀ ਲੱਗਦੀ ਹੈ, ਪਿਆਸ ਦੇ ਮਾਰੇ ਸਾਡਾ ਬੁਰਾ ਹਾਲ ਹੁੰਦਾ ਹੈ, ਅਗਰ ਇੰਨਾ ਲੰਮਾ ਰਸਤਾ ਹੈ ਤਾਂ ਉੱਥੇ ਵੀ ਭੁੱਖ ਪਿਆਸ ਲੱਗਦੀ ਹੈ। ਫਿਰ ਗੁਰੂ ਜੀ ਨੇ ਫਰਮਾਨ ਕੀਤਾ, ਇਹ ਭਾਈ ਸਿੱਖੋ, ਜਮਾਂ ਦੇ ਰਾਸਤੇ 'ਤੇ ਬਹੁਤ ਹੀ ਭਿਆਨਕ ਗਰਮੀ ਪੈਂਦੀ ਹੈ, ਉੱਥੇ ਸਿਰਫ ਪਰਮਾਤਮਾ ਦੇ ਨਾਮ ਦੀ ਛਾਂ ਹੋਵੇਗੀ। ਜਿਸ ਜਮਾਂ ਦੇ ਰਾਸਤੇ 'ਤੇ ਪਿਆਸ ਸਤਾਉਂਦੀ ਹੈ, ਉੱਥੇ ਸਿਰਫ ਹਰੀ ਦੇ ਨਾਮ ਦੀ ਹੀ ਅੰਮ੍ਰਿਤ ਵਰਖਾ ਹੁੰਦੀ ਹੈ। ਭਾਈ ਸਿੱਖੋ, ਜਿਸ ਤਰ੍ਹਾਂ ਅਸੀਂ ਪੁਰਾਣੇ ਕੱਪੜੇ ਲਾ ਕੇ ਸੁੱਟ ਦਿੰਨੇ ਹਾਂ, ਇਸ ਤਰ੍ਹਾਂ ਹੀ ਸਾਡਾ ਹੀ ਸਰੀਰ ਹੈ, ਇਹ ਵੀ ਇੱਕ ਕੱਪੜੇ ਦੇ ਵਰਗਾ ਹੈ। ਇੱਕ ਦਿਨ ਇਸ ਦੁਨੀਆ ਦੇ ਵਿੱਚ ਛੱਡ ਜਾਣਾ ਹੈ। ਦੁਨੀਆ ਦੇ ਵਿੱਚ ਤਾਂ ਜੋ ਮਨੁੱਖ ਦਾ ਦਿਲ ਕਹਿੰਦਾ ਹੈ ਉਹ ਕਰਦਾ ਹੈ, ਗਰੀਬਾਂ 'ਤੇ ਆਪਣਾ ਹੁਕਮ ਵੀ ਚਲਾਉਂਦਾ ਹੈ, ਲੇਕਿਨ ਜਮਾਂ ਦਾ ਰਸਤਾ ਬਹੁਤ ਭਿਆਨਕ ਹੈ। ਜੋ ਚੰਗੇ ਕਰਮ ਹਰੀ ਦੇ ਨਾਮ ਦਾ ਕੱਪੜਾ ਤਿਆਰ ਨਹੀਂ ਕਰਦੇ, ਉਹਨਾਂ ਨੂੰ ਜਮਾਂ ਦੇ ਰਾਸਤੇ ਵਿੱਚ ਨੰਗਾ ਹੀ ਚੱਲਣਾ ਪੈਂਦਾ ਹੈ, ਜਿਸ ਦੇ ਕਾਰਨ ਉਹਨਾਂ ਦੀ ਰੂਹ ਬਹੁਤ ਡਰਾਵਣੀ ਲੱਗਦੀ ਹੈ। ਮਾੜੇ ਕਰਮ ਤੇ ਆਪਣੇ ਗੁਨਾਹਾਂ ਨੂੰ ਯਾਦ ਕਰਕੇ ਪਛਤਾਉਂਦੀ ਹੈ, ਲੇਕਿਨ ਆਪਣੇ ਜਿਉਂਦੇ ਜੀ ਕੋਈ ਚੰਗਾ ਕਰਮ ਨਹੀਂ ਕੀਤਾ, ਫਿਰ ਪਛਤਾਉਣ ਦੇ ਨਾਲ ਕੋਈ ਲਾਭ ਪ੍ਰਾਪਤ ਨਹੀਂ ਹੋਵੇਗਾ। ਇਸ ਲਈ ਸਿੱਖੋ, ਮਹਾਂਪੁਰਖਾਂ ਦੀ ਗੱਲ ਮੰਨਣੀ ਚਾਹੀਦੀ ਹੈ। ਜੋ ਉਹਨਾਂ ਦਾ ਕਿਹਾ ਨਹੀਂ ਮੰਨਦਾ, ਉਹ ਮੂਰਖਾਂ ਦਾ ਵੀ ਮਹਾਂਮੂਰਖ ਹੈ। ਸੰਗਤ ਜੀ, ਜੋ ਗੁਰੂ ਸਾਹਿਬ ਦਾ ਬਚਨ ਨਹੀਂ ਮੰਨਦਾ, ਉਹ ਮਹਾਂਮੂਰਖ ਕਿਸ ਤਰ੍ਹਾਂ ਹੈ? ਇਸ ਛੋਟੀ ਜਿਹੀ ਸਾਖੀ ਦੇ ਦੁਆਰਾ ਜਾਣਦੇ ਹਾਂ। ਇੱਕ ਰਾਜਾ ਸੀ, ਉਸ ਦੀ ਰਾਣੀ ਅੰਮ੍ਰਿਤ ਵੇਲੇ ਉੱਠਦੀ ਤੇ ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁੜ ਜਾਂਦੀ। ਉਸ ਦਾ ਨਿਯਮ ਸੀ ਕਿ ਪਰਮਾਤਮਾ ਦਾ ਨਾਮ ਲਏ ਬਿਨਾਂ
ਕੁਝ ਖਾਣਾ ਪੀਣਾ ਨਹੀਂ। ਉਹ ਰਾਜੇ ਨੂੰ ਵੀ ਕਹਿੰਦੀ ਰਹਿੰਦੀ ਸੀ ਕਿ ਮਨੁੱਖ ਦਾ ਜਨਮ ਬਾਰ-ਬਾਰ ਨਹੀਂ ਹੁੰਦਾ। ਇਸ ਜੀਵਨ ਨੂੰ ਪਰਮਾਤਮਾ ਦਾ ਨਾਮ ਲੈ ਕੇ ਸਫਲ ਬਣਾਓ। ਲੇਕਿਨ ਰਾਜਾ ਰਾਣੀ ਦੀਆਂ ਗੱਲਾਂ ਨੂੰ ਅਣਸੁਣਿਆ ਕਰਕੇ ਸੌਂਦਾ ਹੀ ਰਹਿੰਦਾ ਸੀ। ਬਿਸਤਰ ਤੋਂ ਉੱਠ ਕੇ ਆਪਣੇ ਕੰਮਕਾਰ ਵਿੱਚ ਲੱਗ ਜਾਂਦਾ ਸੀ। ਇੱਕ ਦਿਨ ਰਾਣੀ ਕਹਿਣ ਲੱਗੀ, ਹੇ ਰਾਜਨ, ਆਪ ਤਾਂ ਮਹਾ ਮੂਰਖ ਹੋ। ਰਾਜਾ ਸੋਚਾਂ ਦੇ ਵਿੱਚ ਪੈ ਗਿਆ ਕਿ ਰਾਣੀ ਨੇ ਮੈਨੂੰ ਮਹਾ ਮੂਰਖ ਕਿਉਂ ਕਿਹਾ ਹੈ। ਇਸ ਵਿੱਚ ਕੋਈ ਰਾਜ ਹੋ ਸਕਦਾ ਹੈ। ਮੇਰੇ ਵਿੱਚ ਇਸ ਤਰ੍ਹਾਂ ਦੀ ਕਿਹੜੀ ਮੂਰਖਤਾ ਹੈ ਜਿਹੜੀ ਰਾਣੀ ਨੂੰ ਦਿਖਾਈ ਦਿੱਤੀ ਹੈ। ਇਹ ਸੋਚ ਕੇ ਰਾਜੇ ਨੇ ਆਪਣੇ ਰਾਜ ਦੇ ਸਾਰੇ ਮੂਰਖਾਂ ਨੂੰ ਬੁਲਾਇਆ। ਉਹਨਾਂ ਮੂਰਖਾਂ ਵਿੱਚ ਜਿਹੜਾ ਸਭ ਤੋਂ ਵੱਡਾ ਮੂਰਖ ਸੀ, ਰਾਜੇ ਨੇ ਉਸ ਨੂੰ ਇੱਕ ਸੋਨੇ ਦੀ ਛੜੀ ਦੇ ਦਿੱਤੀ ਤੇ ਕਿਹਾ, ਜੇਕਰ ਤੇਰੇ ਤੋਂ ਵੱਡਾ ਮੂਰਖ ਤੈਨੂੰ ਦਿਖਾਈ ਦੇਵੇ ਤਾਂ ਇਹ ਸੋਨੇ ਦੀ ਛੜੀ ਉਸ ਨੂੰ ਦੇ ਦੇਈਂ। ਕੁਝ ਸਮਾਂ ਗੁਜ਼ਰ ਜਾਣ ਤੋਂ ਬਾਅਦ ਉਹ ਰਾਜਾ ਬਿਮਾਰ ਪੈ ਗਿਆ। ਫਿਰ ਰਾਜੇ ਨੇ ਆਪਣੇ ਵਜ਼ੀਰ ਨੂੰ ਕਿਹਾ, ਜਿਸ ਮੂਰਖ ਨੂੰ ਮੈਂ ਸੋਨੇ ਦੀ ਛੜੀ ਦਿੱਤੀ ਸੀ, ਉਸ ਮੂਰਖ ਨੂੰ ਬੁਲਾਓ। ਵਜ਼ੀਰ ਨੇ ਉਸ ਮੂਰਖ ਨੂੰ ਬੁਲਾ ਲਿਆ ਤੇ ਉਹ ਮੂਰਖ ਆਉਂਦਾ ਹੀ ਰਾਜੇ ਨੂੰ ਕਹਿਣ ਲੱਗਾ, ਹੇ ਰਾਜਨ, ਮੈਨੂੰ ਕਿਉਂ ਬੁਲਾਇਆ ਹੈ। ਫਿਰ ਰਾਜਾ ਕਹਿਣ ਲੱਗਾ, ਮੈਂ ਇਸ ਦੁਨੀਆ ਤੋਂ ਜਾ ਰਿਹਾ ਹਾਂ। ਤੈਨੂੰ ਕੋਈ ਵੱਡਾ ਮੂਰਖ ਮਿਲਿਆ ਜਾਂ ਨਹੀਂ। ਫਿਰ ਉਹ ਮੂਰਖ ਕਹਿਣ ਲੱਗਾ, ਹੇ ਰਾਜਨ, ਤੁਸੀਂ ਕਿੱਥੇ ਜਾ ਰਹੇ ਹੋ। ਫਿਰ ਰਾਜੇ ਨੇ ਕਿਹਾ, ਮੈਂ ਪਰਲੋਕ ਦੀ ਯਾਤਰਾ ਕਰਨ ਜਾ ਰਿਹਾ ਹਾਂ। ਅੱਗੇ ਮੂਰਖ ਕਹਿਣ ਲੱਗਾ, ਹੇ ਰਾਜਨ, ਤੁਸੀਂ ਕਦੋਂ ਆਉਂਗੇ। ਅੱਗੇ ਰਾਜੇ ਨੇ ਕਿਹਾ, ਹੁਣ ਮੈਂ ਕਦੇ ਵਾਪਸ ਨਹੀਂ ਆਉਂਗਾ। ਉਸ ਮੂਰਖ ਨੇ ਫਿਰ ਕਿਹਾ, ਜਿੱਥੇ ਤੁਸੀਂ ਜਾ ਰਹੇ ਹੋ ਉਹ ਰਸਤਾ ਕਿੰਨੀ ਦੂਰੀ ਤੇ ਹੈ। ਉਹ ਰਾਜਾ ਕਹਿਣ ਲੱਗਾ, ਉਹ ਰਸਤੇ ਦੀ ਦੂਰੀ ਦੀ ਗਿਣਤੀ ਕੀਤੀ ਨਹੀਂ ਜਾ ਸਕਦੀ। ਉਹ ਮੂਰਖ ਹੈਰਾਨ ਹੋ ਕੇ ਕਹਿਣ ਲੱਗਾ, ਹੇ ਰਾਜਨ, ਐਨੇ ਲੰਮੇ ਰਸਤੇ ਵਿੱਚ ਤੁਸੀਂ ਇਕੱਲੇ ਜਾਓਗੇ। ਆਪ ਦੇ ਨਾਲ ਹੋਰ ਕੌਣ-ਕੌਣ ਜਾ ਰਿਹਾ ਹੈ। ਆਪ ਦੀ ਫੌਜ ਜਾ ਰਹੀ ਹੈ ਜਾਂ ਆਪ ਦੀਆਂ ਰਾਣੀਆਂ ਜਾ ਰਹੀਆਂ ਹਨ ਜਾਂ ਕੋਈ ਸਾਕ ਸੰਬੰਧੀ ਜਾ ਰਹੇ ਹਨ। ਅੱਗੇ ਰਾਜੇ ਨੇ ਕਿਹਾ, ਮੇਰੇ ਨਾਲ ਕੋਈ ਨਹੀਂ ਜਾ ਰਿਹਾ, ਮੈਂ ਸਿਰਫ ਇਕੱਲਾ ਹੀ ਜਾ ਰਿਹਾ ਹਾਂ। ਫਿਰ ਮੂਰਖ ਬੋਲਿਆ, ਹੇ ਰਾਜਨ, ਰਸਤੇ ਵਿੱਚ ਖਾਣ ਪੀਣ ਦੇ ਲਈ ਕੁਛ ਲੈ ਕੇ ਜਾ ਰਹੇ ਹੋ, ਕਿਉਂਕਿ ਰਸਤਾ ਬਹੁਤ ਲੰਮਾ ਹੈ। ਫਿਰ ਰਾਜੇ ਨੇ ਕਿਹਾ, ਮੇਰੇ ਨਾਲ ਕੁਛ ਨਹੀਂ ਜਾਵੇਗਾ, ਖਾਲੀ ਹੱਥ ਆਇਆ ਸੀ, ਖਾਲੀ ਹੱਥ ਜਾ ਰਿਹਾ ਹਾਂ। ਰਾਜੇ ਦੀ ਇਹ ਗੱਲ ਸੁਣ ਕੇ ਮੂਰਖ ਕਹਿਣ ਲੱਗਾ, ਹੇ ਰਾਜਨ, ਇੰਨਾ ਖਜ਼ਾਨਾ ਇਕੱਠਾ ਕਰਨ ਦੇ ਬਾਅਦ ਵੀ ਰਸਤੇ ਦੇ ਲਈ ਕੁਝ ਖਾਣ ਪੀਣ ਦੇ ਲਈ ਨਹੀਂ ਲਿਜਾ ਸਕਦੇ। ਨਾ ਹੀ ਕੋਈ ਸਾਕ ਸੰਬੰਧੀ, ਨਾ ਹੀ ਫੌਜ ਆਪਣੀ ਸਹਾਇਤਾ ਦੇ ਲਈ ਲਿਜਾ ਸਕਦੇ ਹੋ। ਮੇਰੀ ਨਜ਼ਰ ਦੇ ਵਿੱਚ ਆਪ ਹੀ ਬੜੇ ਮਹਾ ਮੂਰਖ ਹੋ, ਜੋ ਇਹ ਗੱਲ ਜਾਣਦੇ ਹੋਏ ਵੀ ਪਰਮਾਤਮਾ ਦਾ ਨਾਮ ਨਹੀਂ ਲੈ ਸਕੇ ਤੇ ਨਾ ਹੀ ਕੋਈ ਪੁੰਨ ਦਾਨ ਕੀਤਾ ਤੇ ਨਾ ਹੀ ਕੋਈ ਨੇਕ ਕਮਾਈ ਕੀਤੀ ਤੇ ਨਾ ਹੀ ਕੋਈ ਚੰਗਾ ਕਰਮ ਕੀਤਾ। ਇਸ ਲਈ ਇਸ ਸੋਨੇ ਦੀ ਛੜੀ ਦੇ ਅਸਲੀ ਹੱਕਦਾਰ ਤੁਸੀਂ ਹੋ। ਫਿਰ ਰਾਜੇ ਨੂੰ ਆਪਣੀ ਰਾਣੀ ਦੀਆਂ ਕਹੀਆਂ ਹੋਈਆਂ ਗੱਲਾਂ ਯਾਦ ਆਉਣ ਲੱਗੀਆਂ ਕਿ ਕਾਸ਼ ਮੈਂ ਆਪਣੀ ਰਾਣੀ ਦੀਆਂ ਗੱਲਾਂ ਦਾ ਕਿਹਾ ਮੰਨ ਕੇ ਪਰਮਾਤਮਾ ਦਾ ਸਿਮਰਨ ਕਰ ਲੈਂਦਾ ਤਾਂ ਅੱਜ ਮੈਨੂੰ ਪਛਤਾਉਣਾ ਤਾਂ ਨਾ ਪੈਂਦਾ। ਲੇਕਿਨ ਸਮਾਂ ਨਿਕਲਣ ਤੋਂ ਬਾਅਦ ਹੱਥ ਵਿੱਚ ਕੁਛ ਨਹੀਂ ਆਉਂਦਾ। ਇਸ ਲਈ ਸੰਗਤ ਜੀ, ਸਮੇਂ ਦੀ ਰਫ਼ਤਾਰ ਨੂੰ ਸਮਝਦੇ ਹੋਏ ਜ਼ਿੰਦਗੀ ਦਾ ਕੁਝ ਸਮਾਂ ਬੇਕਾਰ ਦੀਆਂ ਗੱਲਾਂ ਛੱਡ ਕੇ ਪਰਮਾਤਮਾ ਦੇ ਸਿਮਰਨ ਵਿੱਚ ਲਗਾਓ ਤਾਂ ਕਿ ਸਾਡਾ ਵੀ ਜੀਵਨ ਸਫਲ ਹੋ ਸਕੇ, ਸਾਡਾ ਵੀ ਜੀਣ ਮਰਨ ਦਾ ਚੱਕਰ ਖਤਮ ਹੋ ਜਾਵੇ। ਸੰਗਤ ਜੀ, ਆਖਰੀ ਸਮੇਂ ਸਾਡੇ ਨਾਲ ਕੁਛ ਨਹੀਂ ਜਾਂਦਾ। ਧਨ ਦੌਲਤ
ਘਰ ਰਿਸ਼ਤੇ ਨਾਤੇ ਸਭ ਇੱਥੇ ਹੀ ਰਹਿ ਜਾਣੇ ਹਨ। ਸਾਡੇ ਨਾਲ ਤਾਂ ਸਿਰਫ ਪਰਮਾਤਮਾ ਦਾ ਨਾਮ ਹੀ ਜਾਂਦਾ ਹੈ। ਜੋ ਅਸੀਂ ਚੰਗੇ ਕਰਮ ਕੀਤੇ ਹਨ, ਆਖਰੀ ਸਮੇਂ ਵਿੱਚ ਸਾਡੇ ਨਾਲ ਉਹੀ ਸਹਾਈ ਹੁੰਦੇ ਹਨ। ਇਸ ਲਈ ਸੰਗਤ ਜੀ, ਸਾਨੂੰ ਸਮਾਂ ਕੱਢ ਕੇ ਉਸ ਪਰਮਾਤਮਾ ਦਾ, ਵਾਹਿਗੁਰੂ ਦਾ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ।